ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਜਿਹੜਾ ਹਿੱਸਾ ਦੇਖਣ ਜਾ ਰਹੇ ਹਾਂ, ਇਹਦੇ ਦੋ ਰਿਲੇਸ਼ਨ ਆ। ਇੱਕ ਤਾਂ ਆਉਣ ਵਾਲਿਆਂ ਦਿਨਾਂ ਦੇ ਵਿੱਚ, ਕਿਉਂਕਿ ਅਸੀਂ ਸੰਤ ਪੌਲ ਦੇ ਬਾਰੇ ਸਿੱਖਣ ਜਾ ਰਹੇ ਹਾਂ, ਜਿਸ ਨੂੰ ਪ੍ਰਭੂ ਨੇ ਆਪਣੀ ਕਲੀਸਿਆ ਦੇ ਲਈ ਬਹੁਤ ਵਰਤਿਆ। ਸੋ ਇਹਨਾਂ ਹਿੱਸਿਆਂ ਦੇ ਰਾਹੀਂ ਅਸੀਂ ਥੋੜ੍ਹਾ ਜਿਹਾ ਫਾਊਂਡੇਸ਼ਨਲ ਵਰਕ ਉਹ ਕਰਨ ਜਾ ਰਹੇ ਹਾਂ, ਜਿਹੜੀਆਂ ਸਾਨੂੰ ਬਾਅਦ ਦੇ ਵਿੱਚ ਸਾਨੂੰ ਬੜੀ ਬਰਕਤ ਮਿਲੇਗੀ। ਦੂਸਰਾ, ਇਹਨਾਂ ਵਚਨ ਦੇ ਹਿੱਸਿਆਂ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਦੇ ਵੱਖਰੇ ਵੱਖਰੇ ਪੱਖ ਦੇਖਣ ਜਾ ਰਹੇ ਹਾਂ। ਇਨਸਾਨ ਦੀ ਜ਼ਿੰਦਗੀ ਦੇ ਕਈ ਪੱਖ ਆ, ਔਰ ਜਿਨ੍ਹਾਂ ਦੇ ਵਿੱਚੋਂ ਦੁੱਖ ਇੱਕ ਐਸਾ ਪੱਖ ਆ, ਭਾਵੇਂ ਉਹ ਛੋਟਾ ਵੀ ਹੋਵੇ, ਭਾਵੇਂ ਉਹ ਥੋੜ੍ਹਾ ਵੀ ਹੋਵੇ, ਉਹ ਹਮੇਸ਼ਾ ਲੰਬਾ ਹੁੰਦਾ ਆ। ਸੁੱਖ ਦੇ ਦਿਨ ਜਿਹੜੇ ਆ ਉਹ ਭਾਵੇਂ ਹਜ਼ਾਰ ਸਾਲ ਦੇ ਵੀ ਹੋਣ, ਉਹ ਇਨਸਾਨ ਨੂੰ ਯਾਦ ਨਹੀਂ ਰਹਿੰਦੇ। ਲੇਕਿਨ ਜਿਹੜਾ ਦੁੱਖ ਦਾ ਸਮਾਂ ਆ, ਉਸ ਦੇ ਵਿੱਚ ਇੱਕ ਦਿਨ ਵੀ ਕੱਢਣਾ ਇਨਸਾਨ ਦੇ ਲਈ ਔਖਾ ਹੋ ਜਾਂਦਾ। ਔਰ ਜਿਸ ਵੇਲੇ ਦੁੱਖ ਦੇ ਸਮੇਂ ਦੇ ਵਿੱਚ ਦੀ ਇਨਸਾਨ ਗੁਜ਼ਰ ਰਿਹਾ ਹੁੰਦਾ, ਤਾਂ ਉਹ ਪਹਿਲੀ ਚੀਜ਼ ਇਹ ਪੁੱਛਦਾ ਕਿ ਹੇ ਪ੍ਰਭੂ, ਤੂੰ ਕਿੱਥੇ ਆ? ਤੂੰ ਕਿੱਥੇ ਆ? ਦੇਖ ਮੇਰੀ ਹਾਲਤ, ਦੇਖ ਮੇਰੇ ਹਾਲਾਤ, ਦੇਖ ਮੈਂ ਕਿਹੜੀਆਂ ਚੀਜ਼ਾਂ ਦੇ ਵਿੱਚ ਦੀ ਗੁਜ਼ਰਦਾ ਪਿਆ। ਤੂੰ ਕਿੱਥੇ ਆ? ਤੂੰ ਕਿਹਾ ਮੈਂ ਤੂੰ ਮੈਨੂੰ ਪਿਆਰ ਕਰਦਾ। ਤੂੰ ਕਹਿਣਾ ਤੇਰੇ ਪਲਾਨ ਮੇਰੇ ਲਈ ਬਹੁਤ ਚੰਗੇ ਆ। ਤੂੰ ਕਹਿਣਾ ਤੂੰ ਮੇਰੇ ਦਿਨ ਗਿਣੇ ਆ। ਤੂੰ ਕਹਿਣਾ ਤੇਰੀ ਆਤਮਾ ਮੇਰੇ ਨਾਲ ਆ, ਪਰ ਤੂੰ ਇਸ ਵੇਲੇ ਕਿੱਥੇ ਆ? ਤੂੰ ਇਸ ਵੇਲੇ ਕਿੱਥੇ ਆ? ਔਰ ਅਸੀਂ ਇਕੱਲੇ ਇਸ ਕਰਾਊਡ ਦੇ ਵਿੱਚ ਨਹੀਂ, ਵੀ ਆਰ ਨਾਟ ਅਲੋਨ। ਅਗਰ ਵਚਨ ਨੂੰ ਪੜ੍ਹ ਕੇ ਦੇਖੋ ਤਾਂ ਰਾਜਿਆਂ ਨੇ ਇਹ ਸਵਾਲ ਪ੍ਰਭੂ ਤੋਂ ਪੁੱਛੇ। ਪ੍ਰਭੂ ਦੇ ਨਬੀਆਂ ਨੇ ਇਹ ਸਵਾਲ ਪ੍ਰਭੂ ਤੋਂ ਪੁੱਛੇ, ਤੂੰ ਕਿੱਥੇ ਆ? ਇੱਥੇ ਤੱਕ ਕਿ ਉਸ ਹਾਲਤ ਦੇ ਵਿੱਚ ਆ ਕੇ ਪ੍ਰਭੂ ਦੇ ਚੇਲੇ ਵੀ ਇਹ ਕਹਿ ਕੇ ਉੱਥੋਂ ਤੁਰ ਪਏ ਕਿ ਆਓ ਮੈਂ ਤਾਂ ਮੱਛੀਆਂ ਫੜਨ ਵਾਪਸ ਚੱਲਾਂ, ਔਰ ਸਾਰੇ ਕਹਿੰਦੇ ਅਸੀਂ ਵੀ ਤੇਰੇ ਨਾਲ ਚੱਲਦੇ। ਔਰ ਇੱਕ ਐਸੀ ਹਾਲਤ ਹੁੰਦੀ ਆ ਜਿਸ ਦੇ ਵਿੱਚ ਇਨਸਾਨ ਦਾ ਕੋਈ ਸਾਥੀ ਨਹੀਂ ਹੁੰਦਾ, ਔਰ ਉਸਦਾ ਇੱਕ ਕਾਰਨ ਆ। ਇੱਕ ਐਸੀ ਹਾਲਤ ਹੁੰਦੀ ਆ ਜਿਸ ਵੇਲੇ ਇਨਸਾਨ ਨੂੰ ਕੋਈ ਦੁਨਿਆਵੀ ਚੀਜ਼ ਖਾਣ ਨੂੰ ਜਾਂ ਪਹਿਨਣ ਨੂੰ ਚੰਗੀ ਨਹੀਂ ਲੱਗਦੀ। ਉਹਦੇ ਮੂੰਹ ਦਾ ਕੋਈ ਸਵਾਦ ਨਹੀਂ ਹੁੰਦਾ। ਕੋਈ ਚੀਜ਼ ਉਸਦੇ ਮਨ ਨੂੰ ਭਾਉਂਦੀ ਨਹੀਂ। ਇਕਾਂਤ ਲੱਭਦਾ। ਔਰ ਕੁਛ ਇੱਕ ਹਾਲਤਾਂ ਦੇ ਵਿੱਚ ਮੌਤ ਲੱਭਦਾ। ਜਿਸ ਵੇਲੇ ਅਸੀਂ ਰਾਜਿਆਂ ਦੀ ਪੋਥੀਆਂ ਦੇ ਵਿੱਚ ਜਾਂਦੇ ਹਾਂ ਤੇ ਕਿਸੇ ਐਸੇ ਨਬੀ ਦੇ ਬਾਰੇ ਦੇਖਦੇ ਹਾਂ ਜਿਸ ਦਾ ਨਾਂ ਏਲੀਆ ਸੀ। ਏਲੀਆ ਦੇ ਉੱਤੇ ਪ੍ਰਭੂ ਨੇ ਬੜੀ ਬਰਕਤ ਪਾਈ ਸੀ। ਏਲੀਆ ਇੱਕ ਐਸਾ ਨਬੀ ਸੀ ਜਿਸ ਦਾ ਸਾਨੂੰ ਕੋਈ ਜਨਮ ਜਾਤ ਨਹੀਂ ਪਤਾ ਕਿ ਉਹ ਕਿੱਥੇ ਉਹ ਪੈਦਾ ਹੋਇਆ, ਉਹ ਕਿਸ ਦਾ ਪੁੱਤਰ ਸੀ, ਉਹ ਕਿੱਥੋਂ ਆਇਆ। ਉਸ ਦਾ ਆਉਣਾ ਵੀ ਵਚਨ ਦੇ ਵਿੱਚ ਇੱਕ ਅਚੰਭਾ ਸੀ ਕਿ ਅਸੀਂ ਸਿਰਫ ਉਸ ਨੂੰ ਆਉਂਦਾ ਹੀ ਦੇਖਦੇ ਹਾਂ। ਸਾਨੂੰ ਉਸ ਦੇ ਬਾਪ ਦਾ ਨਾਂ ਨਹੀਂ ਪਤਾ, ਸਾਨੂੰ ਉਸ ਦੀ ਮਾਂ ਦਾ ਨਾਂ ਨਹੀਂ ਪਤਾ। ਇਸ ਨਬੀ ਦੇ ਰਾਹੀਂ ਪ੍ਰਭੂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ। ਇਸ ਦੇ ਸ਼ਬਦਾਂ ਦੇ ਵਿੱਚ ਪ੍ਰਭੂ ਨੇ ਇੱਕ ਐਸੀ ਤਾਕਤ ਪਾਈ ਸੀ ਕਿ ਜੋ ਕਹਿੰਦਾ ਸੀ ਉਹ ਹੋ ਜਾਂਦਾ ਸੀ। ਜੇ ਇਸਨੇ ਮੀਂਹ ਨੂੰ ਕਿਹਾ ਕਿ ਤੂੰ ਨਾ ਪੈ, ਜਿੰਨੀ ਦੇਰ ਤੱਕ ਇਸਨੇ ਕਿਹਾ ਨਹੀਂ ਮੀਂਹ ਨਹੀਂ ਪਿਆ, 3.5 ਸਾਲ ਤੱਕ ਮੀਂਹ ਨਹੀਂ ਪਿਆ। ਧਰਤੀ ਤੇ ਇੱਕ ਬੂੰਦ ਨਹੀਂ ਡਿੱਗੀ। ਔਰ ਵਚਨ ਦੱਸਦਾ ਕਿ ਉਸ ਤੱਕ ਨਹੀਂ ਪਈ।
3.5 ਸਾਲ ਬਾਅਦ ਜਿਸਲੇ ਇਸ ਨੇ ਕਿਹਾ ਕਿ ਹੁਣ ਮੀਂਹ ਪਏ, ਉਸ ਵੇਲੇ ਮੀਂਹ ਪਿਆ। ਔਰ ਲੋਕਾਂ ਦੀਆਂ ਅੱਖਾਂ ਇੱਕ ਨਿੱਕੀ ਜਿਹੀ ਬੱਦਲੀ ਦੇਖਦੀਆਂ ਪਈਆਂ ਸੀ, ਇੱਕ ਨਿੱਕਲੀ ਜਿਹੀ ਬੱਦਲੀ ਆ। ਲੇਕਿਨ ਜਿਸ ਵੇਲੇ ਉਹ ਪਈ ਤਾਂ ਦਰਿਆਵਾਂ ਦੇ ਵਿੱਚ ਮੁੜ ਕੇ ਪਾਣੀ ਆ ਗਿਆ। ਇਹ ਇੱਕ ਐਸਾ ਨਬੀ ਸੀ ਜਿਸ ਨੇ ਜਦ ਬਲੀ ਪ੍ਰਭੂ ਦੇ ਸਾਹਮਣੇ ਚੜਾਈ ਤਾਂ ਇਸ ਨੂੰ ਬਲੀ ਨੂੰ ਅੱਗ, ਆਪਣੀ ਅੱਗ ਨਹੀਂ ਦੇਣੀ ਪਈ, ਬਲਕਿ ਅੱਗ ਸਵਰਗ ਤੋਂ ਆਈ ਉਸ ਬਲੀ ਨੂੰ ਸਵੀਕਾਰ ਕਰਨ ਦੇ ਲਈ। ਔਰ ਜਿਹੜੇ ਬਲੀ ਦੇ ਆਲੇ ਦੁਆਲੇ ਜਿਹੜੇ ਪੱਥਰ ਵੀ ਰੱਖੇ ਹੋ ਸੀ, ਵਚਨ ਦੱਸਦਾ ਕਿ ਜਦ ਪ੍ਰਭੂ ਦੀ ਅੱਗ ਆਈ ਤਾਂ ਉਹ ਪੱਥਰ ਵੀ ਭਸਮ ਹੋ ਗਏ। ਪਰ ਜਦੋਂ ਇਸ ਨਬੀ ਤੇ ਡਿਪਰੈਸ਼ਨ ਆਇਆ, ਇੰਨੇ ਵੱਡੇ ਵੱਡੇ ਕੰਮ ਇਸ ਦੇ ਹੱਥਾਂ ਦੇ ਰਾਹੀਂ ਹੋਏ, ਇੰਨੇ ਵੱਡੇ ਵੱਡੇ ਇਸ ਨੇ ਪ੍ਰਭੂ ਦੀ ਨਜ਼ਦੀਕੀ ਨੂੰ ਮਹਿਸੂਸ ਕੀਤਾ ਔਰ ਪ੍ਰਭੂ ਨੇ ਇੰਨੀਆਂ ਬਰਕਤਾਂ ਨੂੰ ਇਸ ਨੂੰ ਦਿੱਤੀਆਂ। ਲੇਕਿਨ ਜਦ ਉਹ ਇਨਸਾਨੀ ਤੌਰ ਤੇ ਡਿਪਰੈਸ਼ਨ ਆਇਆ ਤੇ ਇਸ ਦਾ ਅੱਜ ਅਸੀਂ ਹਾਲ ਦੇਖਾਂਗੇ ਕਿ ਇਸ ਦਾ ਹਾਲ ਕੀ ਹੋਇਆ। ਡਿਪਰੈਸ਼ਨ ਨੂੰ ਕਦੀ ਵੀ ਛੋਟਾ ਕਰਕੇ ਨਾ ਲਾਓ, ਦੁੱਖ ਨੂੰ ਕਦੀ ਛੋਟਾ ਕਰਕੇ ਨਾ ਲਾਓ, ਦੁੱਖ ਦੇ ਸਮੇਂ ਨੂੰ ਕਦੀ ਛੋਟਾ ਕਰਕੇ ਨਾ ਲਾਓ। ਇਸ ਨੇ ਨਵੀਆਂ ਨੂੰ ਤੋੜ ਕੇ ਰੱਖ ਦਿੱਤਾ। ਅਸੀਂ ਤਾਂ ਆਮ ਸਧਾਰਨ ਲੋਕ, ਲੇਕਿਨ ਉਸ ਦੁੱਖ ਦੇ ਸਮੇਂ ਦੇ ਵਿੱਚ ਮੈਂ ਉਸ ਨੂੰ ਘਟਾਉਣਾ ਨਹੀਂ ਮੰਗਦਾ ਕਿਸੇ ਵੀ ਪਾਸਿਓਂ। ਹਰ ਇਨਸਾਨ ਦਾ ਦੁੱਖ ਆਪਣਾ ਹੈ, ਮੈਂ ਉਸ ਨੂੰ ਕਿਸੇ ਪਾਸਿਓਂ ਘਟਾਉਣਾ ਨਹੀਂ ਮੰਗਦਾ। ਲੇਕਿਨ ਥੋੜ੍ਹੀਆਂ ਜਿਹੀਆਂ ਚੀਜ਼ਾਂ ਤੁਹਾਨੂੰ ਵਚਨ ਦੇ ਵਿੱਚੋਂ ਦਿਖਾਉਣੀਆਂ ਮੰਗਦਾ ਕਿ ਉਸ ਦੁੱਖ ਦੇ ਸਮੇਂ ਦੇ ਵਿੱਚ ਪਰਮੇਸ਼ਵਰ ਕਿੱਥੇ ਆ। ਇਸ ਨਬੀ ਦੀ ਜ਼ਿੰਦਗੀ ਤੋਂ ਅਸੀਂ ਸਿੱਖਾਂਗੇ ਕਿ ਪਰਮੇਸ਼ਵਰ ਕਿੱਥੇ ਆ। ਸਮਾਂ ਐਸਾ ਆਇਆ ਕਿ ਲੋਕ ਬੁੱਤ ਪ੍ਰਸਤੀ ਕਰਦੇ ਪਏ ਆ, ਪੱਥਰਾਂ ਨੂੰ ਬੱਚਿਆਂ ਦੀਆਂ ਬਲੀਆਂ ਦਿੰਦੇ ਪਏ ਉਹਨਾਂ ਬੁੱਤਾਂ ਦੇ ਸਾਹਮਣੇ। ਆਪਣੇ ਨਵ ਜਨਮੇ ਬੱਚਿਆਂ ਦੀਆਂ ਬਲੀਆਂ ਉਹਨਾਂ ਬੁੱਤਾਂ ਸਾਹਮਣੇ ਦੇ ਰਹੇ ਆ। ਅੱਗ ਦੇ ਵਿੱਚ ਜਿਉਂਦੇ ਬੱਚਿਆਂ ਨੂੰ ਅੱਗ ਦੇ ਵਿੱਚ ਸੁੱਟ ਕੇ ਬੁੱਤਾਂ ਨੂੰ ਖੁਸ਼ ਕਰਦੇ ਪਏ ਆ। ਜਿਸ ਸਮੇਂ ਦੇ ਵਿੱਚ ਇਸ ਨਬੀ ਦਾ ਜਨਮ ਹੋ, ਜਿਸ ਸਮੇਂ ਦੇ ਵਿੱਚ ਇਹ ਨਬੀ ਆਇਆ, ਸਾਨੂੰ ਇਸ ਦੇ ਜਨਮ ਦਾ ਨਹੀਂ ਪਤਾ। ਔਰ ਇਸ ਨੇ ਕਿਹਾ ਕਿ ਅਗਰ ਤੁਹਾਡੇ ਬੁੱਤ ਸੱਚੇ ਆ ਤੇ ਬਲੀ ਨੂੰ ਤੁਸੀਂ ਲੱਕੜਾਂ ਦੇ ਉੱਤੇ ਰੱਖ ਦਿਓ ਤੇ ਆਪਣੇ ਦੇਵਤਿਆਂ ਨੂੰ ਕਹੋ ਕਿ ਅੱਗ ਲਿਆਏ, ਔਰ ਮੈਂ ਆਪਣੀ ਬਲੀ ਨੂੰ ਲੱਕੜਾਂ ਦੇ ਉੱਤੇ ਰੱਖ ਕੇ ਮੈਂ ਆਪਣੇ ਪਰਮੇਸ਼ਵਰ ਦੇ ਅੱਗੇ ਦੁਆ ਕਰੂੰਗਾ ਕਿ ਉਹ ਅੱਗ ਘੱਲੇ। ਜਿਹੜਾ ਅੱਗ ਘੱਲੇ ਉਹ ਸੱਚਾ ਪਰਮੇਸ਼ਵਰ ਆ। ਉਹਨਾਂ ਨੇ ਬਲੀ ਰੱਖੀ, ਬਲੀ ਤੇ ਤੇਲ ਪਾਇਆ, ਉਸ ਦੇ ਆਲੇ ਦੁਆਲੇ ਨੱਚੇ, ਕਿੰਨੇ ਦਿਨ ਹੀ ਨੱਚਦੇ ਰਹੇ, ਕੁਛ ਨਹੀਂ ਹੋਇਆ। ਫਿਰ ਉਹਨਾਂ ਨੇ ਆਪਣੇ ਛੁਰੀਆਂ ਮਾਰਨੀਆਂ ਸ਼ੁਰੂ ਕੀਤੀਆਂ, ਆਪਣੇ ਦੇਵਤੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ, ਕੁਛ ਨਹੀਂ ਹੋਇਆ। ਏਲੀਆ ਨੇ ਬਲੀ ਰੱਖੀ ਔਰ ਉਸ ਤੇ ਕਿਹਾ ਇਸ ਦੇ ਉੱਤੇ ਪਾਣੀ ਪਾਓ। ਉਹਨਾਂ ਨੇ ਪਾਣੀ ਪਾਇਆ ਉਸ ਦੇ ਉੱਤੇ, ਆਪਣੀਆਂ ਬਲੀਆਂ ਤੇ ਉਹਨਾਂ ਨੇ ਤੇਲ ਪਾਇਆ ਸੀ, ਇੱਧਰ ਪਾਣੀ ਪਾਇਆ। 4 ਮੱਟ ਪਹਿਲਾਂ ਪਵਾਏ, 4 ਮੱਟ ਉਹਦੇ ਉੱਤੇ ਹੋਰ ਪਵਾਏ, ਜਿੰਨੀ ਦੇਰ ਤੱਕ ਬਲੀ ਉੱਤੋਂ ਐਨ ਭਰ ਨਹੀਂ ਗਈ ਪਾਣੀ ਦੇ ਨਾਲ। ਛੋਟੀ ਜਿਹੀ ਦੁਆ ਕੀਤੀ ਕਿ ਹੇ ਪ੍ਰਭੂ, ਤੂੰ ਜੋ ਸਵਰਗ ਔਰ ਧਰਤੀ ਦਾ ਪਰਮੇਸ਼ਵਰ ਆ, ਇਹ ਬਲੀ ਅਸੀਂ ਤੇਰੇ ਅੱਗੇ ਚੜਾਉਣੇ, ਇਸ ਨੂੰ ਸਵੀਕਾਰ ਕਰ। ਸਵਰਗ ਤੋਂ ਅੱਗ ਉਤਰੀ, ਉਸ ਬਲੀ ਨੂੰ ਉਸਨੇ ਭਸਮ ਕਰ ਦਿੱਤਾ। ਲੋਕਾਂ ਦਾ ਰੋਹ ਵਧਿਆ। ਉਹਨਾਂ ਨੇ ਉਸ ਝੂਠੇ ਜਿਹੜੇ ਸੀਗੇ, ਉਹ ਜਿਹੜੇ ਝੂਠੇ ਬਾਬੇ ਬਣ ਕੇ ਬੈਠੇ ਸੀ, ਉਹਨਾਂ ਸਾਰਿਆਂ ਦਾ ਕਤਲ ਕਰ ਦਿੱਤਾ। ਲੇਕਿਨ ਉਹਨਾਂ ਬਾਬਿਆਂ ਦੀ ਜਿਹੜੀ ਮੇਨ ਰਖਵਾਲਣ ਸੀਗੀ, ਉਹ ਦੇਸ਼ ਦੀ ਰਾਣੀ ਸੀ। ਔਰ ਇਸ ਵਚਨ ਦੇ ਹਿੱਸੇ ਦੇ ਵਿੱਚ ਰਾਜਾ ਵਾਪਸ ਜਾ ਕੇ ਹੁਣ ਆਪਣੀ ਰਾਣੀ ਨੂੰ ਕੁਛ ਦੱਸਦਾ ਪਿਆ। ਆਓ ਪੜ੍ਹੀਏ ਮੇਰੇ ਨਾਲ। ਤੁਹਾਨੂੰ ਸਭ ਨੂੰ ਹੈਂਡ ਆਊਟਸ ਦਿੱਤੀਆਂ। ਅਗਰ ਤੁਸੀਂ ਬਾਈਬਲ ਦੇ ਵਿੱਚੋਂ ਦੇਖਣਾ ਮੰਗਦੇ ਆ, ਪਹਿਲਾ ਰਾਜਾ 19ਵਾਂ ਭਾਵ ਨੂੰ ਅਸੀਂ ਦੇਖਾਂਗੇ।
और वचन च इस तरह लिखिया, राजा आहाब ने वापस जाके अपनी पत्नी ईजबेल नूं दस्सिया कि जो एलिया नबी ने कीता ਅਤੇ किस तरह उसने बाल दे सब नबियां दा कतल कर दिता है। सो ईजबल ने एलिया नबी दे कोल यह संदेश घल्लिया, देवते मेरा बुरा हाल करन जेकर मैं कल इस समय तक ओहो जिहा हाल तेरा ना करा जो तू बाल दे नबियां दा कीता है। एलिया यह संदेश सुन के डर गया ਅਤੇ ਆਪਣੇ ਨੌਕਰ ਨੂੰ ਨਾਲ ਲੈ ਕੇ ਉੱਥੋਂ ਬਏਰਸ਼ਬਾ ਅਤੇ ਯਹੂਦਾ ਵਿੱਚ ਚਲਾ ਗਿਆ। ਪਰ ਆਪਣੇ ਏਲੀਆ ਨੇ ਆਪਣੇ ਨੌਕਰ ਨੂੰ ਉੱਥੇ ਛੱਡ ਦਿੱਤਾ ਤੇ ਆਪ ਉਜਾੜ ਦੇ ਵਿੱਚ ਪੂਰੇ ਦਿਨ ਦੀ ਯਾਤਰਾ ਕਰਕੇ ਅੱਗੇ ਗਿਆ ਅਤੇ ਇੱਕ ਛਾਂ ਵਾਲੇ ਰੁੱਖ ਦੇ ਹੇਠ ਬੈਠ ਕੇ ਇਸ ਤਰ੍ਹਾਂ ਆਪਣੀ ਮੌਤ ਦੇ ਲਈ ਪ੍ਰਾਰਥਨਾ ਕੀਤੀ, ਪ੍ਰਭੂ ਇਹ ਬਹੁਤ ਹੈ, ਮੇਰੀ ਪ੍ਰਾਰਥਨਾ ਹੈ ਕਿ ਤੂੰ ਹੁਣ ਮੈਨੂੰ ਇਸ ਧਰਤੀ ਤੋਂ ਚੁੱਕ ਲੈ। Did you see that? ਇੱਕ ਸਮੇਂ ਉਸ ਦਾ ਉਹ ਉਚਾਈਆਂ ਤੇ ਆ ਔਰ ਇਸ ਵੇਲੇ ਬਿਲਕੁਲ ਉਹ ਡੂੰਘਾਈਆਂ ਦੇ ਵਿੱਚ। ਉਸ ਦੇ ਮਨ ਦੀ ਹਾਲਤ, ਇਹ ਨਬੀ ਦੀ ਗੱਲ ਮੈਂ ਕਰਦਾ ਪਿਆ ਜਿਸ ਦੇ ਸ਼ਬਦਾਂ ਦੇ ਵਿੱਚ ਪ੍ਰਭੂ ਦੀ ਤਾਕਤ ਆ, ਉਸ ਦਾ ਇਹ ਹਾਲ ਹੋ ਸਕਦਾ ਤੇ ਸਾਡਾ ਕੀ ਹਾਲ ਹੋਏਗਾ। ਝਾੜੀ ਦੇ ਥੱਲੇ ਬੈਠਾ ਆ, ਝਾੜੀ ਦੇ ਥੱਲੇ ਬੈਠਾ। ਤੁਹਾਡੇ ਵਿੱਚੋਂ ਕਦੀ ਕਿਸੇ ਨੇ ਮਹਿੰਦੀ ਦਾ ਰੁੱਖ ਦੇਖਿਆ? ਝਾੜੀ ਜਿਹੀ ਹੁੰਦੀ ਆ, ਉਹਦੇ ਥੱਲੇ ਬੈਠਾ ਆ। ਉਹਦੇ ਥੱਲੇ ਬੈਠ ਕੇ ਪ੍ਰਭੂ ਦੇ ਅੱਗੇ ਦੁਆ ਕਰਦਾ ਪਿਆ ਕਿ ਪ੍ਰਭੂ ਤੂੰ ਮੈਨੂੰ ਚੁੱਕ ਲਾ, ਹੁਣ ਬਸ ਹੋ ਗਈ ਆ, ਹੁਣ ਬਸ ਹੋ ਗਈ ਆ। ਔਰ ਦੁਆ ਕਰਦਾ ਕਰਦਾ ਉੱਥੇ ਹੀ ਥਕਾਵਟ ਦੇ ਨਾਲ ਸੌਂ ਗਿਆ। ਦੇਖੋ 5ਵੀਂ ਆਇਤ ਦੇਖੋ, 5ਵੀਂ ਵਿੱਚ ਲਿਖਿਆ, ਏਲੀਆ ਰੁੱਖ ਦੇ ਹੇਠ ਸੌਂ ਗਿਆ ਅਤੇ ਅਚਾਨਕ ਸਵਰਗਦੂਤ ਨੇ ਕਿਹਾ, ਉੱਠ ਕੇ ਤੂੰ ਉੱਠ ਕੇ ਖਾ, ਤੂੰ ਉੱਠ ਅਤੇ ਆਪਣੇ ਕੋਲ ਪੱਕੀ ਰੋਟੀ। ਉਸਨੇ ਉੱਠ ਕੇ ਆਪਣੇ ਕੋਲ ਇੱਕ ਪੱਕੀ ਰੋਟੀ ਪਾਣੀ ਦੀ ਸੁਰਾਹੀ ਪਈ ਦੇਖੀ, ਸੋ ਉਸਨੇ ਰੋਟੀ ਖਾਧੀ, ਸੁਰਾਹੀ ਵਿੱਚੋਂ ਪਾਣੀ ਪੀਤਾ ਅਤੇ ਫਿਰ ਸੌਂ ਗਿਆ। ਯਾਦ ਰੱਖੋ, ਜਿਸ ਵੇਲੇ ਅਸੀਂ ਦੁੱਖ ਦੇ ਵਿੱਚੋਂ ਦੀ ਗੁਜ਼ਰ ਰਹੇ ਹੁੰਦੇ ਹਾਂ, ਸਵਰਗ ਦੇ ਫਰਿਸ਼ਤੇ ਸਾਡੇ ਨਾਲ ਹੁੰਦੇ ਆ, ਅਸੀਂ ਇਕੱਲੇ ਨਹੀਂ ਹੁੰਦੇ। ਪਹਿਲੀ ਚੀਜ਼, ਸਵਰਗ ਦੇ ਫਰਿਸ਼ਤੇ ਸਾਡੇ ਨਾਲ ਹੁੰਦੇ ਆ। ਪ੍ਰਭੂ ਦੀ ਹਜ਼ੂਰੀ ਦੇ ਫਰਿਸ਼ਤੇ, ਉਸਦੇ ਜੋ ਸਵਰਗ ਦੇ ਵਿੱਚ ਉਸਦੇ ਨਾਲ ਰਹਿੰਦੇ ਆ, ਜੋ ਉਸਦੇ ਹੁਕਮ ਦੀ ਪਾਲਣਾ ਕਰਦੇ ਆ, ਉਹ ਸਾਡੇ ਨਾਲ ਹੁੰਦੇ ਆ। ਪ੍ਰਭੂ ਦੇ ਸੇਵਕ ਸਾਡੇ ਨਾਲ ਹੁੰਦੇ ਆ, ਸਵਰਗੀ। We are not alone। ਔਰ ਸਵਰਗੀ ਦੂਸਰੀ ਚੀਜ਼ ਇਹ ਆ ਕਿ ਪ੍ਰਭੂ ਨੇ ਦੇਖੋ ਉਸ ਦੇ ਲਈ ਕਿਸ ਤਰ੍ਹਾਂ ਪ੍ਰਬੰਧ ਕੀਤਾ ਆ। ਸਵਰਗ ਤੋਂ ਰੋਟੀ ਤੇ ਪਾਣੀ ਦੀ ਸੁਰਾਹੀ ਉਸ ਦੇ ਲਾਗੇ ਪਈ ਆ। ਸਵਰਗਦੂਤ ਨੇ ਉਸ ਨੂੰ ਕਿਹਾ, ਉੱਠ ਤੇ ਖਾ। ਉਹ ਉੱਠਿਆ, ਖਾਧਾ ਪੀਤਾ, ਫਿਰ ਸੌਂ ਗਿਆ, ਫਿਰ ਸੌਂ ਗਿਆ। ਯੂ ਨੋ ਵਾਟ, ਜਿਸ ਵੇਲੇ ਅਸੀਂ ਇਸ ਭਾਰੇ ਸਮੇਂ ਦੇ ਵਿੱਚ ਗੁਜ਼ਰ ਰਹੇ ਹੁੰਦੇ ਹਾਂ, ਅਸੀਂ ਕਹਿੰਦੇ ਸਾਨੂੰ ਨੀਂਦ ਬਹੁਤ ਆਉਂਦੀ ਆ। ਇਟਸ ਓਕੇ, ਇਟਸ ਰੈਸਟ ਆਫ ਗਾਡ। ਇਹ ਪ੍ਰਭੂ ਦਾ ਆਰਾਮ ਜਿਹੜਾ ਜਾਨ ਨੂੰ ਚਾਹੀਦਾ ਹੁੰਦਾ। ਸੋ ਹੀ ਹੈਜ਼, ਦੇਖੋ ਤਿੰਨ ਚੀਜ਼ਾਂ। The first of all, the angel of the Lord is there. Number 2, God's care for the body. ਉੱਥੇ ਖਾਣਾ ਪਿਆ, ਪਾਣੀ ਪਿਆ, food and water. And number 3, God's rest. ਪ੍ਰਭੂ ਦਾ ਆਰਾਮ ਉਸ ਦੇ ਨਾਲ ਆ। 7ਵੀਂ ਆਇਤ, ਫਿਰ ਸਵਰਗਦੂਤ ਨੇ ਦੁਬਾਰਾ ਏਲੀਆ ਨੂੰ ਉਠਾਇਆ ਤੇ ਕਿਹਾ, ਤੂੰ ਉੱਠ ਕੇ ਹੋਰ ਭੋਜਨ ਕਰ, ਕਿਉਂਕਿ ਤੂੰ ਬਹੁਤ ਲੰਮਾ ਸਫ਼ਰ ਕਰਨਾ ਹੈ।
ਸੋ ਏਲੀਆ ਨੇ ਉੱਠ ਕੇ ਖਾਧਾ ਪੀਤਾ, ਜਿਸ ਤੋਂ ਉਸ ਨੂੰ ਇੰਨੀ ਸ਼ਕਤੀ ਮਿਲੀ ਕਿ ਉਹ ਪਰਮੇਸ਼ਰ ਦੇ ਸੀਨਾ ਪਹਾੜ ਤੱਕ 40 ਦਿਨ ਬਿਨਾਂ ਕੁਝ ਖਾਧਿਆਂ ਸਫ਼ਰ ਕਰ ਸਕਿਆ। ਅਸੀਂ ਅਰਬ ਦੇ ਵਿੱਚ ਜਾ ਕੇ ਅਗਰ ਉਸ ਪਹਾੜ ਨੂੰ ਦੇਖੀਏ ਨਾ, ਤਾਂ ਸਾਡੇ ਲਈ 1 ਮੀਲ ਤੁਰਨਾ ਔਖਾ ਹੋ ਜਾਣਾ। ਉਹ ਇੱਦਾਂ ਦਾ ਪਹਾੜ ਆ, ਉੱਥੇ ਗਰਮੀ ਇੰਨੀ ਆ ਕਿ ਅਗਰ ਤੁਸੀਂ ਰੋਟੀ ਪਕਾ ਕੇ ਪੱਥਰ ਦੇ ਉੱਤੇ ਪਾ ਦਿਓ ਨਾ, ਦੁਪਹਿਰੇ ਦਿਨ ਦੇ ਤੋਂ ਪੱਕ ਜਾਂਦੀ ਆ, ਇੰਨੀ ਗਰਮੀ ਆ ਉੱਥੇ। The strength of the Lord will come. ਜਦੋਂ ਅਸੀਂ ਦੁੱਖ ਦੇ ਵਿੱਚ ਹੁੰਦੇ ਆ ਤੇ ਪ੍ਰਭੂ ਦੀ ਉਹ ਤਾਕਤ ਸਾਡੇ ਨਾਲ ਆਉਂਦੀ ਆ। 40 ਦਿਨ ਤੱਕ ਉਹ ਸਫ਼ਰ ਕਰ ਸਕਿਆ। Does not matter how length it is, ਕਿੰਨਾ ਸਮਾਂ, ਦੁੱਖ ਦਾ ਸਮਾਂ ਕਿੰਨਾ ਲੰਬਾ ਆ, ਇਸ ਚੀਜ਼ ਦਾ ਫਿਕਰ ਨਾ ਕਰੋ, ਪ੍ਰਭੂ ਤਾਕਤ ਦਿੰਦਾ। ਉਸ ਦੇ ਵਿੱਚ ਗੁਜ਼ਰਨ ਦੀ ਪ੍ਰਭੂ ਤਾਕਤ ਸਾਨੂੰ ਦਿੰਦਾ। ਏਲੀਆ ਪਰ ਅਚਾਨਕ ਪ੍ਰਭੂ ਨੇ ਉਸ ਨੂੰ ਸੱਦਿਆ ਤੇ ਪੁੱਛਿਆ, ਏਲੀਆ ਤੂੰ ਕੀ ਕਰ ਰਿਹਾ ਹੈ? ਤੂੰ ਕੀ ਕਰ ਰਿਹਾ ਹੈ? ਜ਼ਬੂਰ 139 ਅਸੀਂ ਪੜ੍ਹਿਆ ਸੀ, ਸਾਮ 139 ਅਸੀਂ ਪੜ੍ਹਿਆ ਸੀ। ਉਸ ਦੇ ਵਿੱਚ ਲਿਖਿਆ ਕਿ ਤੂੰ ਮੇਰੇ ਉੱਠਣ ਬੈਠਣ ਨੂੰ ਜਾਣਦਾ, ਤੂੰ ਮੇਰਿਆਂ ਵਿਚਾਰਾਂ ਨੂੰ ਜਾਣਦਾ, ਤੂੰ ਮੇਰਿਆਂ ਕੰਮਾਂ ਨੂੰ ਜਾਣਦਾ, ਤੂੰ ਮੇਰੇ ਆਰਾਮ ਨੂੰ ਜਾਣਦਾ। ਮੇਰੇ ਜਨਮ ਤੋਂ ਪਹਿਲਾਂ ਤੂੰ ਜਾਣਦਾ, ਜਦ ਮੇਰਾ ਢਾਂਚਾ ਤਿਆਰ ਹੋ ਰਿਹਾ ਸੀ ਮੇਰੀ ਮਾਂ ਦੀ ਗਰਭ ਦੇ ਵਿੱਚ, ਤੂੰ ਮੈਨੂੰ ਉਸ ਵੇਲੇ ਵੀ ਜਾਣਦਾ ਸੀ, ਔਰ ਤੇਰਿਆਂ ਹੱਥਾਂ ਦੇ ਵਿੱਚ ਮੈਂ ਪੈਦਾ ਹੋਇਆ, ਇਸ ਕਰਕੇ ਤੂੰ ਮੇਰੀ ਹਰ ਚੀਜ਼ ਨੂੰ ਜਾਣਦਾ। ਤੁਸੀਂ ਦੇਖਿਆ ਪ੍ਰਭੂ ਦਾ ਪਿਆਰ। ਪ੍ਰਭੂ ਨੇ ਉਸ ਦੇ ਉੱਤੇ ਉਸ ਨੂੰ ਝਾੜਿਆ ਨਹੀਂ ਵੀ ਤੂੰ ਕੀ ਕਰਦਾ ਪਿਆ। ਉਸ ਨੂੰ ਪੁੱਛਦਾ ਪਿਆ ਤੂੰ ਕੀ ਕਰ ਰਿਹਾ, ਕਿਉਂਕਿ ਉਸ ਦਾ ਦਿਲ ਬਵਾਲ ਦੇ ਨਾਲ ਭਰਿਆ ਪਿਆ, ਉਸ ਦਾ ਦਿਲ ਗੰਦ ਦੇ ਨਾਲ ਭਰਿਆ ਪਿਆ। ਮੈਨੂੰ ਆਹ ਗੀਤ ਬਹੁਤ ਚੰਗਾ ਲੱਗਦਾ, ਲੇਕਿਨ ਮੈਨੂੰ ਥੋੜ੍ਹੇ ਜਿਹੇ ਅਲੱਗ ਤਰੀਕੇ ਦੇ ਨਾਲ ਗਾਣਾ ਹੁੰਦਾ ਕਿ ਮੇਰਾ ਮਨ ਧੋ ਦੇ ਨਾ ਯਿਸੂ ਬੇਨਤੀ ਕਰੂੰ ਬਾਰ ਬਾਰ, ਮਨ ਮੇਰਾ ਹੋ ਗਿਆ ਪਾਪੋਂ ਸੇ ਮੈਲਾ। ਪਾਪ ਤਾਂ ਅਸੀਂ ਜਿਹੜੇ ਕਰਦੇ ਹਾਂ, ਲੇਕਿਨ ਬਹੁਤੀ ਵਾਰੀ ਮਨ ਮੇਰਾ ਹੋ ਗਿਆ ਬਾਤੋਂ ਸੇ ਮੈਲਾ। ਇੱਕ ਤਾਂ ਉਹ ਬਾਤਾਂ ਜਿਹੜੀਆਂ ਲੋਕਾਂ ਨੇ ਮੇਰੇ ਨਾਲ ਕੀਤੀਆਂ, ਇੱਕ ਜਿਹੜੀਆਂ ਬਾਤਾਂ ਮੈਂ ਆਪਣੇ ਆਪ ਨਾਲ ਦਿਨ ਰਾਤ ਕਰਦਾ ਰਹਿੰਦਾ। ਸਭ ਤੋਂ ਬੁਰਾ ਹਾਲ ਮੇਰੀਆਂ ਉਹ ਗੱਲਾਂ ਕਰਦੀਆਂ, ਤੁਹਾਡਾ ਮੈਨੂੰ ਪਤਾ ਨਹੀਂ, ਮੇਰਾ ਜਿਹੜਾ ਆਪਣਾ, ਜਿਹੜੀਆਂ ਮੇਰੀਆਂ ਆਪਣੀਆਂ ਅਜ਼ੰਪਸ਼ਨਸ ਹੁੰਦੀਆਂ, ਜਿਹੜੀਆਂ ਗੱਲਾਂ ਮੈਂ ਆਪਣੇ ਆਪ ਨਾਲ ਕਰਦਾ, ਆਪਣੇ ਆਪ ਨਾਲ ਸੋਚਦਾ, ਸਾਰਾ ਕੁਝ ਬਣਾਉਣਾ, ਵਿਉਂਤਾਂ ਬਣਾਉਣਾ, ਸਭ ਤੋਂ ਜ਼ਿਆਦਾ ਮੇਰਾ ਜਿਹੜਾ ਮਨ ਗੰਦਾ ਕਰਦੀਆਂ ਉਹ ਚੀਜ਼ਾਂ ਕਰਦੀਆਂ। ਔਰ ਪ੍ਰਭੂ ਉਹ ਤੋਂ ਉਹੀ ਪੁੱਛਦਾ ਪਿਆ। ਇੰਨਾ ਪ੍ਰਭੂ ਪਿਆਰ ਕਰਦਾ ਇਨਸਾਨ ਨੂੰ। ਏਲੀਆ ਤੋਂ ਕੁਛ ਵੀ ਪੁੱਛਣ ਦੀ ਪ੍ਰਭੂ ਨੂੰ ਜ਼ਰੂਰਤ ਨਹੀਂ ਗੀ। ਏਲੀਆ ਨੂੰ ਜੇ ਝਾੜਨਾ ਹੋਵੇ ਤਾਂ ਝਾੜ ਸਕਦਾ ਕਿ ਤੂੰ ਦੇਖਿਆ ਨਹੀਂ ਮੈਂ ਕੀ ਕੀਤਾ ਸੀ ਤੇਰੇ ਲਈ, ਤੂੰ ਕਿਹਾ ਮੀਂਹ ਨਾ ਪਏ, ਮੀਂਹ ਪਿਆ, ਮੈਂ ਮੀਂਹ ਨੂੰ ਰੋਕ ਦਿੱਤਾ। ਤੂੰ ਕਿਹਾ ਮੀਂਹ ਪਏ, ਮੀਂਹ ਪਿਆ। ਤੂੰ ਜਦ ਤੇਰੇ ਕੋਲ ਜਦ ਕਾਲ ਪਿਆ ਤਾਂ ਮੈਂ ਤੈਨੂੰ ਇੱਕ ਵਿਧਵਾ ਦੇ ਕੋਲੋਂ ਖਲਵਾਇਆ, ਔਰ ਉਹਦੇ ਮੱਟ ਦੇ ਵਿੱਚੋਂ ਆਟਾ ਨਹੀਂ ਮੁੱਕਿਆ ਤੇ ਕੁੱਜੇ ਚੋਂ ਪਾਣੀ ਨਹੀਂ ਮੁੱਕਿਆ ਤੇ ਤੇਲ ਨਹੀਂ ਉਹਦਾ ਮੁੱਕਾ। ਤੂੰ ਕਿਹਾ ਤਾਂ ਸਵਰਗ ਚੋਂ ਮੈਂ ਅੱਗ ਘੱਲੀ, ਤਾਂ ਅੱਜ ਤੂੰ ਇੱਥੇ ਬੈਠਾ ਹੈ, ਤੈਨੂੰ ਸ਼ਰਮ ਨਹੀਂ ਆਉਂਦੀ? ਨਾ, ਇਨਸਾਨ ਇੱਦਾਂ ਦੀਆਂ ਗੱਲਾਂ ਕਰਦਾ। ਇਨਸਾਨ ਇੱਦਾਂ ਦੀਆਂ ਗੱਲਾਂ ਕਰਦਾ, ਮੈਂ ਤੇਰੇ ਲਈ ਕੀ ਕੀਤਾ ਸੀ। ਪਰਮੇਸ਼ਵਰ ਨਹੀਂ। ਪਰਮੇਸ਼ਵਰ ਨਹੀਂ ਇਹਨਾਂ ਚੀਜ਼ਾਂ ਨੂੰ ਯਾਦ ਰੱਖਦਾ। ਇਹੋ ਹੀ ਸਾਡੇ ਵਿੱਚ ਤੇ ਪਰਮੇਸ਼ਵਰ 'ਚ ਫਰਕ ਆ। ਪ੍ਰਭੂ ਉਸ ਨੂੰ ਕਹਿ ਰਿਹਾ, ਏਲੀਆ
ਤੂੰ ਕੀ ਕਰ ਰਿਹਾ ਹੈ? ਏਲੀਆ ਨੇ ਉੱਤਰ ਦਿੱਤਾ, ਹੇ ਸਰਵ ਸ਼ਕਤੀਮਾਨ ਪ੍ਰਭੂ ਪਰਮੇਸ਼ਰ, ਮੈਂ ਹਮੇਸ਼ਾ ਤੇਰੇ ਪਿੱਛੇ ਚੱਲਿਆ, ਪਰ ਇਜ਼ਰਾਈਲੀ ਲੋਕਾਂ ਨੇ ਤੇਰਾ ਨੇਮ ਤੋੜਿਆ, ਉਹਨਾਂ ਨੇ ਤੇਰੀਆਂ ਬੇਦੀਆਂ ਢਾਹ ਦਿੱਤੀਆਂ, ਉਹਨਾਂ ਨੇ ਤੇਰੇ ਸਭ ਨਬੀਆਂ ਨੂੰ ਕਤਲ ਕਰ ਦਿੱਤਾ, ਕੇਵਲ ਮੈਂ ਇਕੱਲਾ ਹੀ ਇੱਥੇ ਬਚਿਆ ਹਾਂ ਅਤੇ ਉਹਨਾਂ ਨੇ ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਤਦ ਪ੍ਰਭੂ ਨੇ ਉਸ ਨੂੰ ਕਿਹਾ, ਤੂੰ ਪਹਾੜ ਦੀ ਚੋਟੀ ਉੱਤੇ ਜਾ ਅਤੇ ਮੇਰੇ ਸਾਹਮਣੇ ਖੜਾ ਹੋ। ਜਦੋਂ ਉਹ ਉੱਥੇ ਖੜਾ ਸੀ ਤਾਂ ਪ੍ਰਭੂ ਉਸ ਦੇ ਸਾਹਮਣਿਓਂ ਦੀ ਲੰਘਿਆ। ਪ੍ਰਭੂ ਉਸ ਦੇ ਸਾਹਮਣਿਓਂ ਦੀ ਲੰਘਿਆ। ਹਰਵਚਨ ਕਹਿੰਦਾ, ਉਸਨੇ ਇੱਕ ਭਿਅੰਕਰ ਹਨੇਰੀ ਘੱਲੀ। ਔਰ ਹਨੇਰੀ ਕਿੱਦਾਂ ਦੀ ਸੀ? ਜਿਸ ਦੇ ਨਾਲ ਪਹਾੜ ਪਾਟ ਗਏ, ਚਟਾਨਾਂ ਤਿੜਕ ਗਈਆਂ। ਪਰ ਪ੍ਰਭੂ ਹਨੇਰੀ ਦੇ ਵਿੱਚ ਨਹੀਂ ਸੀ। ਪ੍ਰਭੂ ਉਸ ਹਨੇਰੀ ਦੇ ਵਿੱਚ ਨਹੀਂ ਸੀ। ਹਨੇਰੀ ਦੇ ਵਿੱਚੋਂ ਭੁਚਾਲ ਆਇਆ, ਪਰ ਪ੍ਰਭੂ ਉਸ ਦੇ ਵਿੱਚ ਵੀ ਨਹੀਂ ਸੀ। ਭੁਚਾਲ ਦੇ ਪਿੱਛੋਂ ਅੱਗ ਆਈ ਅਤੇ ਪ੍ਰਭੂ ਅੱਗ ਦੇ ਵਿੱਚ ਵੀ ਨਹੀਂ ਸੀ। ਹਾਂ, ਅੱਗ ਦੇ ਪਿੱਛੋਂ ਇੱਕ ਸ਼ਾਂਤ ਨਿੰਮੀ ਜਿਹੀ ਆਵਾਜ਼ ਆਈ ਔਰ ਉਸ ਦੇ ਵਿੱਚ ਪ੍ਰਭੂ ਸੀ। Did you see the presence of God, how loving it is? ਮੇਰੇ ਕੋਲ ਇਸ ਵੇਲੇ ਇੰਨਾ ਸਮਾਂ ਨਹੀਂ ਕਿ ਮੈਂ ਤੁਹਾਨੂੰ ਇਹਨਾਂ ਤਿੰਨਾਂ ਚੀਜ਼ਾਂ ਨੂੰ ਸਮਝਾਵਾਂ ਕਿ ਹਨੇਰੀ ਦਾ ਕੀ ਮਤਲਬ ਆ, ਅੱਗ ਦਾ ਕੀ ਮਤਲਬ ਆ ਅਤੇ ਭੁਚਾਲ ਦਾ ਕੀ ਮਤਲਬ ਆ। ਲੇਕਿਨ ਜਿਹੜੀ ਚੀਜ਼ ਵੱਲ ਮੈਂ ਤੁਹਾਡਾ ਧਿਆਨ ਲੈ ਕੇ ਜਾਣਾ ਮੰਗਦਾ, ਉਹ ਪ੍ਰਭੂ ਦੇ ਪਿਆਰ ਦੇ ਵੱਲ ਲੈ ਕੇ ਜਾਣਾ ਮੰਗਦਾ। ਪ੍ਰਭੂ ਦੇ ਪਿਆਰ ਦੇ ਵੱਲ ਲੈ ਕੇ ਜਾਣਾ। ਪ੍ਰਭੂ ਉਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਨਹੀਂ ਸੀ, ਪਰ ਅੰਤ ਦੇ ਵਿੱਚ ਇੱਕ ਦਇਆ ਦੀ ਭਰੀ ਹੋਈ ਆਵਾਜ਼ ਆਈ। ਇੱਕ ਦਇਆ ਦੀ ਭਰੀ ਹੋਈ ਆਵਾਜ਼ ਆਈ। ਜਦੋਂ ਇਹ ਏਲੀਆ ਨੇ ਆਵਾਜ਼ ਸੁਣੀ ਤਾਂ ਉਸਨੇ ਆਪਣਾ ਮੂੰਹ ਕੱਪੜੇ ਦੇ ਨਾਲ ਢੱਕ ਲਿਆ ਅਤੇ ਗੁਫਾ ਦੇ ਅੱਗੇ ਜਾ ਕੇ ਖੜਾ ਹੋਇਆ ਅਤੇ ਤਦ ਇੱਕ ਆਵਾਜ਼ ਨੇ ਉਸ ਨੂੰ ਕਿਹਾ, ਏਲੀਆ, ਤੂੰ ਕੀ ਕਰ ਰਿਹਾ ਹੈ? Did you see that? ਖੁਦਾਵੰਦ ਕਿੱਦਾਂ ਉਸ ਦੇ ਅੰਦਰੋਂ ਉਬਾਲ ਕੱਢਦਾ ਪਿਆ, ਗੰਦਗੀ ਕੱਢਦਾ ਪਿਆ। He just let him talk. ਉਸ ਨੂੰ ਦੱਸਦਾ ਨਹੀਂ ਪਿਆ। Did you see how God sit with you? ਤੁਹਾਡੇ ਨਾਲ ਕਿੱਦਾਂ ਪ੍ਰਭੂ ਆ ਕੇ ਬਹਿੰਦਾ ਆ। ਕਿੱਦਾਂ ਪ੍ਰਭੂ ਦੀ ਹਜ਼ੂਰੀ ਤੁਹਾਡੇ ਲਾਗੇ ਆਉਂਦੀ ਆ। ਕਿੰਨਾ ਪ੍ਰਭੂ ਪਿਆਰ ਕਰਦਾ, ਕਿੰਨਾ ਪ੍ਰਭੂ ਦਾ ਰਿਸ਼ਤਾ ਗਹਿਰਾ ਆ। ਔਰ ਏਲੀਆ ਨੂੰ ਫਿਰ ਪੁੱਛਦਾ ਪਿਆ, ਏਲੀਆ ਨੂੰ ਫਿਰ ਪੁੱਛਦਾ ਪਿਆ। ਏਲੀਆ ਨੇ ਆਪਣਾ ਮੂੰਹ ਕੱਪੜੇ ਦੇ ਨਾਲ ਢੱਕ ਲਿਆ। ਪ੍ਰਭੂ ਦੀ ਹਜ਼ੂਰੀ ਉੱਥੇ ਇੰਨੀ ਜ਼ਿਆਦੀ ਆ। ਪ੍ਰਭੂ ਦੀ ਹਜ਼ੂਰੀ ਇੰਨੀ ਜ਼ਿਆਦੀ ਆ ਉਸ ਪਹਾੜ ਦੇ ਉੱਤੇ ਉਸ ਵੇਲੇ ਕਿ ਉਸਨੇ ਆਪਣਾ ਮੂੰਹ ਢੱਕ ਲਿਆ ਕੱਪੜੇ ਦੇ ਨਾਲ, ਕਿਉਂਕਿ ਉਹ ਪ੍ਰਭੂ ਦੀ ਜਿਹੜੀ ਗਲੋਰੀ ਆ, ਪ੍ਰਭੂ ਦੀ ਮਹਿਮਾ ਨੂੰ ਦੇਖ ਨਹੀਂ ਸਕਦਾ। ਉਹਦੀਆਂ ਅੱਖਾਂ, ਇਹ ਅਸਮਾਨ, ਇਹ ਧਰਤੀ ਦੀਆਂ ਅੱਖਾਂ ਉਸ ਗਲੋਰੀ ਨੂੰ ਦੇਖ ਨਹੀਂ ਸਕਦੀਆਂ। ਔਰ ਏਲੀਆ ਨੇ ਆਪਣਾ ਮੂੰਹ ਕੱਪੜੇ ਦੇ ਨਾਲ ਢੱਕ ਲਿਆ ਔਰ ਗੁਫਾ ਦੇ ਮੂੰਹ ਦੇ ਅੱਗੇ ਜਾ ਕੇ ਖੜਾ ਹੋ ਗਿਆ। ਔਰ ਪ੍ਰਭੂ ਨੇ ਉਸ ਨੂੰ ਫਿਰ ਉਹੋ ਹੀ ਸਵਾਲ ਕੀਤਾ, ਏਲੀਆ, ਤੂੰ ਕੀ ਕਰ ਰਿਹਾ ਹੈ? ਔਰ ਏਲੀਆ ਨੇ ਉਹੋ ਹੀ ਜਵਾਬ ਦਿੱਤਾ।
हे ਸਰਵਸ਼ਕਤੀਮਾਨ ਪਰਮੇਸ਼ਰ, ਮੈਂ ਹਮੇਸ਼ਾ ਤੇਰੇ ਪਿੱਛੇ ਚੱਲਿਆ ਹਾਂ, ਪਰ ਇਜ਼ਰਾਈਲੀ ਲੋਕਾਂ ਨੇ ਤੇਰੇ ਨੇਮ ਨੂੰ ਤੋੜਿਆ ਹੈ, ਤੇਰੀਆਂ ਵੇਦੀਆਂ ਨੂੰ ਢਾਹ ਦਿੱਤਾ ਹੈ। ਮੈਂ ਇਕੱਲਾ ਹੀ ਬਚਿਆ ਹਾਂ ਅਤੇ ਉਹਨਾਂ ਨੇ ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਦੁੱਖ ਦੇ ਵਿੱਚ ਬੰਦਾ ਉਹੀ ਚੀਜ਼ ਸਾਰਿਆਂ ਨੂੰ ਹੀ ਰਿਪੀਟ ਕਰੀ ਚਲੀ ਜਾਂਦਾ ਕਿ ਨਹੀਂ? ਉਹਦੇ ਦਿਮਾਗ ਨੇ ਇੱਕ ਕਹਾਣੀ ਘੜੀ ਹੁੰਦੀ ਆ, ਉਹ ਜਿਹਦੇ ਕੋਲ ਵੀ ਜਾਂਦਾ ਉਹ ਉਹੀ ਕਹਾਣੀ ਸੁਣਾਉਂਦਾ। ਜੇ ਜਿਸ ਵੇਲੇ ਵੀ ਕੋਈ ਦੁਬਾਰਾ ਵੀ ਕੋਈ ਇਨਸਾਨ ਪੁੱਛੇ ਤਾਂ ਉਹ ਉਹੀ ਕਹਾਣੀ ਸੁਣਾਉਂਦਾ, ਕਿਉਂਕਿ ਉਹ ਜਿਹੜੀ ਚੀਜ਼ ਆ ਉਸ ਦੇ ਉੱਤੇ ਉਸ ਵੇਲੇ ਭਾਰੀ ਪਈ ਆ, ਉਸ ਦਾ ਬੋਝ ਉਸ ਦੇ ਉੱਤੇ ਆ, ਉਸ ਦੇ ਭਾਰ ਦੇ ਥੱਲੇ ਇਨਸਾਨ ਦੱਬ ਹੋਇਆ ਹੈ। ਔਰ ਇਸ ਵੇਲੇ ਏਲੀਆ ਦੇ ਦਿਮਾਗ ਦੇ ਉੱਤੇ ਇਹੋ ਹੀ ਇੱਕ ਬੋਝ ਪਿਆ ਆ। ਤੇਰੀਆਂ ਵੇਦੀਆਂ ਢਾਹ ਦਿੱਤੀਆਂ, ਤੇਰਾ ਨਾਮ ਲੈਣਾ ਬੰਦ ਕਰ ਦਿੱਤਾ, ਤੇਰੀਆਂ ਔਰ ਤੁਸੀਂ ਦੇਖੀਏ ਕਿਸ ਤਰ੍ਹਾਂ ਏਲੀਆ ਦੀ ਉਂਗਲ ਇੱਦਾਂ ਹੈ, ਉਹਦਾ ਕੋਈ ਧਿਆਨ ਨਹੀਂ ਆਪਣੇ ਵੱਲ ਨੂੰ, ਮੇਰੀ ਹਾਲਤ ਕੀ ਆ। ਉਹ ਸਾਰਿਆਂ ਦਾ ਕਸੂਰ ਕੱਢਦਾ ਪਿਆ, ਜਦ ਕਿ ਆਪ ਨਾ ਸ਼ੁਕਰਗੁਜ਼ਾਰੀ ਦੇ ਵਿੱਚ ਆ। ਇਸ ਵੇਲੇ ਪ੍ਰਭੂ ਨੇ ਐਡੇ ਵੱਡੇ ਵੱਡੇ ਕੰਮ ਕੀਤੇ, ਕੀ ਇਹਦਾ ਇਜ਼ਬੇਲ ਤੋਂ ਰਾਖੀ ਨਾ ਇਹਦੀ ਕਰਦਾ? ਲੇਕਿਨ ਨਾ ਸ਼ੁਕਰਗੁਜ਼ਾਰੀ ਦੇ ਨਾਲ ਇਸ ਵੇਲੇ ਭਰਿਆ ਪਿਆ, ਆਪਣੇ ਵੱਲ ਕੋਈ ਧਿਆਨ ਨਹੀਂ, ਦੂਜਿਆਂ ਦੇ ਨੁਕਸੋਂ ਕੱਢਦਾ ਪਿਆ। ਪ੍ਰਭੂ ਨੇ ਉਸ ਨੂੰ ਕਿਹਾ, ਤੂੰ ਵਾਪਸ ਦਮਿਸ਼ਕ ਨੂੰ ਜਾ। Do you see how God deal with us? How gently he deal with us? ਕਿੰਨੇ ਪਿਆਰ ਦੇ ਨਾਲ ਸਾਡੇ ਨਾਲ ਡੀਲ ਕਰਦਾ। ਪ੍ਰਭੂ ਨੇ ਏਲੀਆ ਨੂੰ ਇੱਥੇ ਬੈਠ ਕੇ ਉਸ ਨੂੰ ਆਇਤਾਂ ਨਹੀਂ ਦਿੱਤੀਆਂ ਕਿ ਤੂੰ ਬਾਈਬਲ ਚੋਂ ਆਹ ਪੜ੍ਹ ਤੇ ਤੂੰ ਮੂਸਾ ਦੀ ਆਹ ਚੀਜ਼ ਪੜ੍ਹ ਤੇ ਤੂੰ ਆਹ ਚੀਜ਼ ਪੜ੍ਹ ਤੇ ਤੂੰ ਉਹ ਚੀਜ਼ ਪੜ੍ਹ। ਉਹ ਇਨਸਾਨ ਦੇ ਦੁੱਖ ਨੂੰ ਜਾਣਦਾ। ਜਿਸ ਲਈ ਮੈਂ ਦੁੱਖ ਦੇ ਵਿੱਚ ਦੀ ਜਾ ਰਿਹਾ ਨਾ, to tell you the truth, that's the last thing I want to read. ਮੇਰੀ ਗੱਲ ਸੱਚੀ ਹੈ ਕਿ ਨਹੀਂ? That's the last thing I want to read. I need a presence of God with me. I need a purpose of God with me. ਔਰ ਪ੍ਰਭੂ ਦੇਖੋ ਉਸ ਨੂੰ ਕਿੱਦਾਂ ਹੁਣ ਉਹਦੀ ਜ਼ਿੰਦਗੀ ਨੂੰ ਚੇਂਜ ਕਰਦਾ ਪਿਆ, ਉਸ ਨੂੰ ਇੱਕ ਮਕਸਦ ਦੇ ਰਿਹਾ, ਉਹਦੀ ਜ਼ਿੰਦਗੀ ਨੂੰ ਇੱਕ ਮਕਸਦ ਦੇ ਰਿਹਾ, ਉਹਦੀ ਜ਼ਿੰਦਗੀ ਦੇ ਵਿੱਚ ਇੱਕ ਵਾਅਦਾ ਪੈਦਾ ਕਰ ਰਿਹਾ, ਔਰ ਉਸ ਦੇ ਨਾਲ ਨਾਲ ਪ੍ਰਭੂ ਉਸ ਨੂੰ ਧਰਤੀ ਤੋਂ ਇੱਕ ਮਦਦ ਵੀ ਦੇ ਰਿਹਾ। ਪ੍ਰਭੂ ਦਾ ਹੁਣ ਕੰਮ ਕਰਨ ਦਾ ਤਰੀਕਾ ਦੇਖੋ ਕਿੱਦਾਂ ਇਨਸਾਨ ਤੋਂ ਬਿਲਕੁਲ ਵੱਖਰਾ। ਇਟਸ ਕੰਪਲੀਟਲੀ ਡਿਫਰੈਂਟ ਦੈਨ ਹਿਊਮਨ। ਪ੍ਰਭੂ ਨੇ ਉਸਦੀ ਉਸ ਗੱਲ ਨੂੰ 2 ਵਾਰੀ ਸੁਣਿਆ, ਔਰ ਪਤਾ ਨਹੀਂ ਕਿੰਨੀ ਵਾਰੀ ਸੁਣਿਆ ਹੋਣਾ। ਇਹ ਤਾਂ 2 ਵਾਰੀ ਪ੍ਰਭੂ ਨੇ ਉਸ ਨੂੰ ਪੁੱਛਿਆ ਹੀ ਆ ਨਾ ਕਿ ਏਲੀਆ ਤੂੰ ਕੀ ਕਰ ਰਿਹਾ, ਔਰ ਪ੍ਰਭੂ ਦੀ ਆਵਾਜ਼ ਨੇ ਉਸ ਨੂੰ ਪੁੱਛਿਆ ਤੇ ਉਹ ਆਹ ਜਵਾਬ ਦੇ ਰਿਹਾ। ਇਸ ਤੋਂ ਪਹਿਲਾਂ ਪਤਾ ਨਹੀਂ ਉਹ ਰਸਤੇ ਦੇ ਵਿੱਚ ਜਾਂਦਾ ਜਾਂਦਾ ਕਿੰਨੀ ਵਾਰੀ ਇਹੋ ਹੀ ਚੀਜ਼ ਬੋਲੀ ਜਾਂਦਾ ਹੋਣਾ। ਤੂੰ ਕਿੱਥੇ ਆ? ਤੂੰ ਆਪਣੀਆਂ ਬੇਦੀਆਂ ਵੀ ਨਹੀਂ ਸਾਂਭ ਸਕਦਾ, ਤੂੰ ਆਪਣੇ ਮੰਦਿਰ ਦੀ ਰਖਵਾਲੀ ਵੀ ਨਹੀਂ ਕਰ ਸਕਦਾ, ਤੂੰ ਆਪਣੇ ਦੇਸ਼ ਦੇ ਵਿੱਚ ਆਪਣੇ ਲੋਕਾਂ ਕੋਲੋਂ ਆਪਣੀ ਪੂਜਾ ਵੀ ਨਹੀਂ ਕਰਵਾ ਸਕਦਾ। Just think about your situation. ਜੋ ਕੁਝ ਤੁਸੀਂ ਕਹਿੰਦੇ ਆ ਉਹਨੂੰ 100 ਗੁਣਾ ਕਰ ਲਓ, ਕਿਉਂਕਿ ਨਬੀਆਂ ਦਾ ਹਾਲ ਲੋਕਾਂ ਦੇ ਨਾਲੋਂ ਭੈੜਾ ਹੁੰਦਾ। ਸਾਡਾ ਪਾਦਰੀਆਂ ਦਾ ਹਾਲ ਤੁਹਾਡੇ ਨਾਲੋਂ ਭੈੜਾ ਹੁੰਦਾ, ਕਿਉਂਕਿ ਅਸੀਂ ਵਚਨ ਦੇ ਵਿੱਚ 24 ਘੰਟੇ ਬਣੇ ਰਹਿੰਦੇ ਆ। ਇਸ ਕਰਕੇ ਸਾਨੂੰ ਇਹ ਵਚਨ ਤੋਂ ਉਨੀ ਮਦਦ ਨਹੀਂ ਮਿਲਦੀ। And that's the truth. ਸਾਨੂੰ ਇਹ ਤੋਂ ਇੰਨੀ ਮਦਦ ਨਹੀਂ ਮਿਲਦੀ। ਸਾਨੂੰ ਪ੍ਰਭੂ ਨੇ ਪਾਦਰੀ ਇਸ ਕਰਕੇ ਬਣਾਇਆ ਹੁੰਦਾ ਕਿ ਸਾਨੂੰ ਹੋਰ ਬਚਾਉਣ ਦਾ ਕੋਈ ਤਰੀਕਾ ਹੀ ਨਹੀਂ ਹੁੰਦਾ। ਜਿਹੜੀ ਆਤਮਾ ਨੂੰ ਉਹ ਪਾਦਰੀ ਬਣਾਉਂਦਾ ਨਾ,
ਉਹ ਇਸ ਕਰਕੇ ਬਣਾਉਂਦਾ ਕਿ ਹੀ ਵਾਂਟ ਟੂ ਕੀਪ ਦੈਟ ਸੋਲ ਕਲੋਜ਼ ਟੂ ਹਿਮ। ਦੈਟਸ ਦ ਓਨਲੀ ਵੇ ਵੀ ਕੈਨ ਬੀ ਸੇਵਡ। ਸਾਡੀ ਹਾਲਤ ਤੁਹਾਡੇ ਨਾਲੋਂ ਭੈੜੀ ਹੁੰਦੀ ਆ। ਔਰ ਪ੍ਰਭੂ ਦਾ ਵਚਨ ਇੱਥੇ ਇਹ ਕਹਿ ਰਿਹਾ, ਇਹ ਨਬੀ ਆ, ਇਸ ਨਬੀ ਦਾ ਹਾਲ ਦੇਖੋ। ਹੁਣ ਦੇਖੋ ਪ੍ਰਭੂ ਦਾ ਕੰਮ। ਪ੍ਰਭੂ ਉਸ ਨੂੰ ਕਹਿ ਰਿਹਾ, ਤੂੰ ਵਾਪਸ ਦਮਿਸ਼ਕ ਦੇ ਉਜਾੜ ਨੂੰ ਮੁੜ ਜਾ ਅਤੇ ਉੱਥੇ ਜਾ ਕੇ ਹਜ਼ਾਏਲ ਨੂੰ ਅਭਿਸ਼ੇਕ ਆਰਾਮ ਦਾ ਰਾਜਾ ਹੋਣ ਦੇ ਲਈ ਕਰ। ਹੈ ਕਿ ਨਹੀਂ ਅਜੀਬ ਚੀਜ਼? ਇੱਕ ਬੰਦਾ ਡਿਪਰੈਸ਼ਨ ਦੇ ਵਿੱਚ, ਤਾਂ ਉਹਨੂੰ ਕਹਿੰਦਾ ਜਾ ਕੇ ਤੂੰ ਰਾਜਾ ਬਣਾ। ਉੱਥੇ ਹਜ਼ਾਏਲ ਦਾ ਮੁੰਡਾ ਬੈਠਾ ਹੋਣਾ। ਉਸ ਵੇਲੇ ਦਮਿਸ਼ਕ ਦਾ ਇਲਾਕਾ ਉਜਾੜ ਸੀ। ਦਮਿਸ਼ਕ ਦਾ ਮਤਲਬ ਹੈ 10 ਸ਼ਹਿਰ। ਉੱਥੇ 10 ਸ਼ਹਿਰਾਂ ਦਾ ਇੱਕ ਸ਼ਹਿਰ ਬਣਿਆ ਸੀ ਬਾਅਦ ਦੇ ਵਿੱਚ। ਆਲੇ ਦੁਆਲੇ ਦੇ 10 ਨਿੱਕੇ ਨਿੱਕੇ ਸ਼ਹਿਰ ਇਕੱਠੇ ਹੋ ਕੇ ਇੱਕੋ ਹੀ ਸ਼ਹਿਰ ਬਣ ਗਿਆ ਸੀਗਾ। ਸੋ ਉਸ ਨੂੰ ਦਮਿਸ਼ਕ ਦਾ ਇਲਾਕਾ ਕਹਿੰਦੇ। ਉਸ ਤੋਂ ਪਹਿਲਾਂ ਉਹਨੂੰ ਦਮਿਸ਼ਕ ਦਾ ਉਜਾੜ ਕੇ 10 ਸ਼ਹਿਰਾਂ ਦਾ ਉਜਾੜ ਸੀਗਾ। ਉਸ ਤੋਂ ਪਹਿਲਾਂ 10 ਸ਼ਹਿਰਾਂ ਦੇ ਗੱਬੇ ਜਿਹੜਾ ਉਜਾੜ ਸੀਗਾ, ਉਸ ਇਲਾਕੇ ਨੂੰ ਕਹਿੰਦੇ ਸੀ। ਉੱਥੇ ਹਜ਼ਾਏਲ ਦਾ ਪੁੱਤਰ ਬੈਠਾ ਹੋਣਾ। ਉੱਥੇ ਜਾ ਕੇ ਹਜ਼ਾਏਲ ਦਾ ਅਭਿਸ਼ੇਕ ਆਰਾਮ ਦਾ ਰਾਜਾ ਹੋਣ ਦੇ ਲਈ ਕਰ। ਅਗਲੀ ਚੀਜ਼, ਨਿਸ਼ਮੀ ਦੇ ਪੁੱਤਰ ਯੇਹੂ ਦਾ ਅਭਿਸ਼ੇਕ ਇਜ਼ਰਾਈਲ ਦਾ ਰਾਜਾ ਹੋਣ ਦੇ ਲਈ ਕਰ। ਤੀਸਰੀ ਚੀਜ਼, ਆਬੇਲ ਮਲਾਲੋਹ ਨਿਵਾਸੀ ਦੇ ਸ਼ਫਾਟ ਦਾ ਪੁੱਤਰ ਅਲੀਸ਼ਾ ਦਾ ਅਭਿਸ਼ੇਕ ਆਪਣੀ ਥਾਂ ਨਬੀ ਹੋਣ ਦੇ ਲਈ ਕਰ। ਕੀ ਪ੍ਰਭੂ ਇੱਕ ਡਿਪਰੈਸ਼ਨ ਦੇ ਮਾਰੇ ਬੰਦੇ ਤੋਂ ਕੰਮ ਲੈ ਸਕਦਾ? That's my question. Can God use a depressed man? नहीं sister जी, this is to give life. Word of God is not a joke. ਪ੍ਰਭੂ ਦਾ ਜਿਹੜਾ ਵਚਨ ਆ ਇਹ ਬਹੁਤ ਹੀ ਪਵਿੱਤਰ ਆ। ਇਸ ਨੂੰ ਪਵਿੱਤਰ ਹੀ ਰੱਖਿਆ ਜਾਂਦਾ। ਔਰ ਪ੍ਰਭੂ ਦੇ ਵਚਨ ਦੇ ਵਿੱਚ ਜਿਹੜੀ ਚੀਜ਼ ਆ ਉਹ ਇਹ ਕਹਿ ਰਿਹਾ ਕਿ ਤੂੰ ਇੱਥੋਂ ਉੱਠ। ਉਸ ਨੂੰ ਇਹ ਨਹੀਂ ਦੱਸਿਆ ਕਿ ਤੇਰੀ ਗਲਤੀ ਕੀ ਆ, ਕੀ ਨਹੀਂ ਹੈਗੀ। ਉਸ ਨੂੰ ਇਹ ਦੱਸਿਆ ਕਿ ਤੂੰ ਇੱਥੋਂ ਉੱਠ, ਤੇਰੇ ਲਈ ਮੇਰੇ ਕੋਲ ਪਲਾਨ ਆ। ਇਸੇ ਕਰਕੇ ਅਸੀਂ ਇਹ ਕਹਿੰਦੇ ਆ, God has a plan for us. ਇਸੇ ਕਰਕੇ ਪ੍ਰਭੂ ਦਾ ਬਚਨ ਅਸੀਂ ਕਹਿੰਦੇ I know my plans for you। ਇਸੇ ਕਰਕੇ ਕਹਿੰਦੇ ਪ੍ਰਭੂ ਨੂੰ ਆਪਣੇ ਪਲਾਨ ਸਾਡੇ ਬਾਰੇ ਪਤਾ ਆ। ਉਸ ਨੂੰ ਆਪਣੀਆਂ ਵਿਉਂਤਾਂ ਸਾਡੇ ਬਾਰੇ ਪਤਾ ਆ। ਪ੍ਰਭੂ ਦੀ ਵਿਉਂਤ ਨਹੀਂ ਬਦਲੀ। ਉਸ ਦੀ ਵਿਉਂਤ ਮੇਰੇ ਮਨ ਦੀ ਹਾਲਤ ਦੇ ਨਾਲ ਨਹੀਂ ਬਦਲਦੀ। ਉਸ ਦੀ ਵਿਉਂਤ ਮੇਰੇ ਹਾਲਾਤਾਂ ਦੇ ਨਾਲ ਨਹੀਂ ਬਦਲਦੀ। ਉਸਨੇ ਜਿਸ ਕੰਮ ਦੇ ਲਈ ਸਾਨੂੰ ਚੁਣਿਆ, ਉਸਨੇ ਆਪਣਾ ਉਹ ਕੰਮ ਸਾਡੇ ਰਾਹੀਂ ਕਰਵਾਉਣਾ ਆ। God has a plan for you. This is the plan for this man's life. ਉੱਠ, ਜਾ ਕੇ 2 ਰਾਜਿਆਂ ਨੂੰ ਅਨੋਇੰਟ ਕਰ। Can you believe that this man who's running with depression, now he has a oil in his hand. He has a oil in his hand. ਔਰ ਇਹ ਜਾ ਕੇ ਹਜ਼ਾਏਲ ਨੂੰ ਕਹਿ ਰਿਹਾ on your knees. Can you believe that? ਹਜ਼ਾਏਲ ਜਿਹੜਾ ਸੀਗਾ ਇਹ ਆਰਾਮ ਦਾ ਰਾਜਾ ਬੁੱਤ ਪ੍ਰਸਤ ਸੀਗੇ। ਦੂਜੀਆਂ ਕੌਮਾਂ ਦੇ ਰਾਜੇ ਵੀ ਪ੍ਰਭੂ ਹੀ ਬਣਾਉਂਦਾ ਹੈ। ਉਹਨਾਂ ਨੂੰ ਵੀ ਪ੍ਰਭੂ ਹੀ ਦਿੰਦਾ। ਗੱਦੀ ਵੀ ਪ੍ਰਭੂ ਹੀ ਦਿੰਦਾ ਤੇ ਗਦੀ ਵੀ ਪ੍ਰਭੂ ਹੀ ਦਿੰਦਾ। ਤੇ ਗਦੀ ਤੋਂ ਚੁੱਕ ਕੇ ਗੱਦੀ ਤੇ ਵੀ ਪ੍ਰਭੂ ਹੀ ਬਿਠਾਉਂਦਾ।
ਉਸਦੇ ਹੱਥ ਦੇ ਵਿੱਚ ਉਹ ਤੇਲ ਪਾਇਆ। ਉਹ ਜਾ ਕੇ ਉਸ ਨਬੀ ਨੂੰ, ਉਸ ਰਾਜੇ ਨੂੰ ਕਹਿ ਰਿਹਾ, ਤੂੰ ਅੱਜ ਤੋਂ ਬਾਅਦ ਆਰਾਮ ਦਾ ਰਾਜਾ ਹੈ। ਉਸ ਤੋਂ ਬਾਅਦ ਯੇਹੂ ਦੇ ਕੋਲ ਆਇਆ ਔਰ ਉਸਦੇ ਉੱਤੇ ਉਸਨੇ ਆਪਣੇ ਹੱਥ ਦੇ ਵਿੱਚ ਤੇਲ ਪਾਇਆ ਔਰ ਉਸਦੇ ਤੇਲ ਸਿਰ ਦੇ ਉੱਤੇ ਤੇਲ ਪਾਉਂਦਾ ਪਿਆ, ਤੂੰ ਅੱਜ ਤੋਂ ਬਾਅਦ ਇਜ਼ਰਾਈਲ ਦਾ ਰਾਜਾ ਹੈ। ਔਰ ਵਚਨ ਕਹਿ ਰਿਹਾ, ਇਹ ਹੋਣ ਤੇ ਜੋ ਪ੍ਰਭੂ ਉਸ ਨੂੰ ਕਹਿ ਰਿਹਾ, ਅਗਲਾ ਉਸ ਨੂੰ ਦਿਖਾ ਰਿਹਾ, ਜੋ ਹਜ਼ਾਏਲ ਦੀ ਤਲਵਾਰ ਤੋਂ ਬਚੇਗਾ ਉਹ ਯੇਹੂ ਦੁਆਰਾ ਮਾਰਿਆ ਜਾਏਗਾ, ਜੋ ਯੇਹੂ ਦੀ ਤਲਵਾਰ ਤੋਂ ਬਚੇਗਾ ਉਹ ਅਲੀਸ਼ਾ ਦੁਆਰਾ ਮਾਰਿਆ ਜਾਵੇਗਾ। ਮੈਂ ਆਪਣੇ 7,000 ਲੋਕ ਇਜ਼ਰਾਈਲ ਦੇ ਵਿੱਚ ਬਚਾ ਕੇ ਰੱਖੇ ਹਨ, ਜੋ ਮੇਰੇ ਵਫਾਦਾਰ ਰਹੇ ਹਨ, ਅਤੇ ਉਹਨਾਂ ਦਾ ਸਿਰ ਨਾ ਬਾਲ ਦੇ ਮੂਹਰੇ ਨੀਵਿਆ ਹੈ ਅਤੇ ਨਾ ਉਹਨਾਂ ਨੇ ਉਸ ਦੇ ਬੁੱਤ ਨੂੰ ਚੁੰਮਿਆ ਹੈ। ਤੂੰ ਇਕੱਲਾ ਨਹੀਂ, ਫਿਕਰ ਨਾ ਕਰ, ਤੂੰ ਇਕੱਲਾ ਨਹੀਂ। 7,000 ਲੋਕ ਇਜ਼ਰਾਈਲ ਦੇ ਵਿੱਚ ਆ ਬੈਠੇ ਹੋ, ਜਿਨ੍ਹਾਂ ਨੇ ਕਿਸੇ ਤਰ੍ਹਾਂ ਦੀ ਬੁੱਤ ਪ੍ਰਸਤੀ ਨਹੀਂ ਕੀਤੀ। ਇਟ ਇਜ਼ ਓਕੇ, ਤੂੰ ਵਾਪਸ ਜਾ। ਸੋ ਏਲੀਆ ਉੱਥੋਂ ਚੱਲ ਪਿਆ ਅਤੇ ਉਹ ਸ਼ਾਫਾਟ ਦੇ ਪੁੱਤਰ ਅਲੀਸ਼ਾ ਨੂੰ 12 ਹਲਾਂ ਦੇ ਨਾਲ ਦੇਖਿਆ, ਜਿਨ੍ਹਾਂ ਵਿੱਚੋਂ 12ਵੀਂ ਯੋਗ ਦੇ ਪਿੱਛੇ ਅਲੀਸ਼ਾ ਆਪ ਚੱਲ ਰਿਹਾ ਸੀ। ਤਦ ਏਲੀਆ ਨੇ ਆਪਣੀ ਚਾਦਰ ਲਾ ਕੇ ਅਲੀਸ਼ਾ ਦੇ ਉੱਤੇ ਪਾ ਦਿੱਤੀ। ਤਕੜਾ ਜੱਟ ਉਸ ਇਲਾਕੇ ਦਾ, 12 ਜੋਗਾਂ ਹਲ ਬਾਉਂਦੀਆਂ ਪਈਆਂ, ਜ਼ਮੀਨਦਾਰ। 11 ਜੋਗਾਂ ਦੇ ਪਿੱਛੇ ਉਹਦੇ ਜਿਹੜੇ ਨੌਕਰ ਆ ਉਹ ਹਲ ਬਾਹ ਰਹੇ ਆ, 12ਵੀਂ ਜੋਗ ਦੇ ਨਾਲ ਉਹ ਹਲ ਬਾਹ ਰਿਹਾ। In today's term, the man with the 12 tractors in his fields. ਏਲੀਆ ਗਿਆ, ਉਸਨੇ ਆਪਣੇ ਗਲ ਦੀ ਚਾਦਰ ਲਾਈ ਆ ਔਰ ਉਸਨੇ ਉਹ ਚਾਦਰ ਜਾ ਕੇ ਅਲੀਸ਼ਾ ਦੇ ਉੱਤੇ ਪਾ ਦਿੱਤੀ। ਅਲੀਸ਼ਾ ਨੇ ਤੁਰੰਤ ਆਪਣਾ ਹਲ ਛੱਡ ਦਿੱਤਾ ਔਰ ਉਹ ਦੌੜ ਕੇ ਏਲੀਆ ਤੋਂ ਗਿਆ ਤੇ ਬੋਲਿਆ, ਮੈਨੂੰ ਜਾ ਕੇ ਆਪਣੇ ਮਾਤਾ ਪਿਤਾ ਨੂੰ ਮਿਲ ਆਉਣ ਦੇ, ਮੈਂ ਵਾਪਸ ਆ ਕੇ ਤੁਹਾਡੇ ਪਿੱਛੇ ਚੱਲਾਂਗਾ। Said nothing. Just touched him with his cloak. And this big landowner, what he's saying, let me go say goodbye to my mom and dad, and then I will follow you. Then I will follow you. मैं तेरे पिछे चलूँगा। सो अलीशा ने जाके ਆਪਣੇ ਬਲਦਾਂ ਦੀ ਜਗਵੇਦੀ, ਆਪਣੇ ਬਲਦਾਂ ਦੀ ਜੋਗ ਵੱਢੀ ਅਤੇ ਉਹਨਾਂ ਦਾ ਮਾਸ ਪਕਾਇਆ। ਉਸਨੇ ਆਪਣੇ ਹਲ ਅਤੇ ਜੂਲੇ ਦੀ ਲੱਕੜੀ ਨੂੰ ਬਾਲਣ ਦੇ ਤੌਰ 'ਤੇ ਵਰਤੀ ਅਤੇ ਉਸਨੇ ਪਕਾ ਕੇ ਆਪਣਿਆਂ ਲੋਕਾਂ ਨੂੰ ਖਾਣ ਦੇ ਲਈ ਦਿੱਤਾ ਅਤੇ ਲੋਕਾਂ ਨੇ ਖਾਧਾ। ਫਿਰ ਉਹ ਵਾਪਸ ਏਲੀਆ ਦੇ ਕੋਲ ਆ ਗਿਆ ਅਤੇ ਉਸ ਦੀ ਸੇਵਾ ਕਰਨ ਲੱਗਾ। Did you see that? And I see loss of Elisha. ਜਿਸ ਵੇਲੇ ਮੈਂ ਇਸ ਆਇਤ ਨੂੰ ਦੇਖਦਾ, I see loss of Elisha, ਜਿਹੜਾ ਉਸਨੇ ਸਾਨੂੰ ਸਾਡੇ ਬੇਟੇ ਦੇ ਵਿੱਚ ਦਿੱਤੀ ਆ। I see that lot in Cap. ਉਸਨੇ ਆਪਣਾ ਹਲ ਔਰ ਆਪਣੀ ਜੋਗ ਉਸ ਨੂੰ ਵੱਢਿਆ, ਉਸ ਨੂੰ ਪਕਾਇਆ ਔਰ ਲੋਕਾਂ ਦੇ ਵਿੱਚ ਜੱਗ ਕੀਤਾ ਔਰ ਵਾਪਸ ਏਲੀਆ ਕੋ ਆ ਗਿਆ, ਉਸ ਦੀ ਸੇਵਾ ਕੀਤੀ। ਜਦ ਅਸੀਂ ਦੁੱਖ ਦੇ ਵਿੱਚ ਹੁੰਦੇ ਹਾਂ, ਪ੍ਰਭੂ ਦੇ ਫਰਿਸ਼ਤੇ ਸਾਡੇ ਨਾਲ ਹੁੰਦੇ ਆ। ਜਦ ਅਸੀਂ ਦੁੱਖ ਦੇ ਵਿੱਚ ਹੁੰਦੇ ਹਾਂ ਤੇ ਪ੍ਰਭੂ ਦਾ ਪ੍ਰਬੰਧ ਸਾਡੇ ਨਾਲ ਹੁੰਦਾ, ਉਸ ਨੂੰ ਰੋਟੀ ਔਰ ਪਾਣੀ ਦਿੱਤਾ। ਜਦ ਅਸੀਂ ਦੁੱਖ ਦੇ ਵਿੱਚ ਦੀ ਗੁਜ਼ਰ ਰਹੇ ਹੁੰਦੇ ਹਾਂ ਤੇ ਪ੍ਰਭੂ ਦੀ ਆਪਣੀ ਹਜ਼ੂਰੀ, ਉਸ ਦੀ ਆਪਣੀ ਆਤਮਾ ਸਾਡੇ ਨਾਲ ਹੁੰਦੀ ਆ। ਜਦ ਅਸੀਂ ਦੁੱਖ ਦੇ ਵਿੱਚ ਹੁੰਦੇ ਤਾਂ ਪ੍ਰਭੂ ਦੀ ਸੁੱਖ ਸਲਾਹ, ਉਸ ਦੀ ਆਵਾਜ਼ ਸਾਡੇ ਨਾਲ ਹੁੰਦੀ ਆ। ਜਦ ਅਸੀਂ ਦੁੱਖ ਦੇ ਵਿੱਚ ਗੁਜ਼ਰ ਰਹੇ ਹੁੰਦੇ ਤਾਂ ਪ੍ਰਭੂ ਦਾ ਮਕਸਦ ਸਾਡੇ ਨਾਲ ਹੁੰਦਾ। ਜਦ ਅਸੀਂ ਦੁੱਖ ਦੇ ਵਿੱਚ ਗੁਜ਼ਰ ਰਹੇ ਹੁੰਦੇ ਤਾਂ ਉਹਦੇ ਪ੍ਰੋਮਿਸਿਸ ਸਾਡੇ ਨਾਲ ਹੁੰਦੇ, ਉਹਦੇ ਵਾਅਦੇ ਸਾਡੇ ਨਾਲ ਹੁੰਦੇ ਆ।
ਜਦ ਅਸੀਂ ਦੁੱਖ ਦੇ ਵਿੱਚ ਗੁਜ਼ਰ ਰਹੇ ਹੁੰਦੇ ਆ ਤੇ ਖੁਦਾਵੰਦ ਇਸ ਧਰਤੀ ਤੋਂ ਸਾਡੇ ਲਈ ਕੋਈ ਨਾ ਕੋਈ ਮਦਦ ਜ਼ਰੂਰ ਖੜੀ ਕਰ ਦਿੰਦਾ, ਕਿਤੋਂ ਵੀ ਕਰਦਾ ਹੈ। ਕਿਤੋਂ ਵੀ ਕਰਦਾ ਹੈ। ਪ੍ਰਭੂ ਤੋਂ ਬਗੈਰ ਜਿਹੜਾ ਦੁੱਖ ਆ ਔਰ ਪ੍ਰਭੂ ਯਿਸੂ ਦੇ ਵਿੱਚ ਹੁੰਦਿਆਂ ਹੋਇਆਂ ਜਿਹੜਾ ਦੁੱਖ ਆ, ਉਹ ਦੋ ਤਰ੍ਹਾਂ ਦੀਆਂ ਚੀਜ਼ਾਂ ਆ। ਪ੍ਰਭੂ ਤੋਂ ਬਗੈਰ ਵੀ ਸਾਡੇ ਤੇ ਦੁੱਖ ਆਉਂਦੇ ਆ, ਪਰ ਅਸੀਂ ਇਕੱਲੇ ਆ, ਸਾਡਾ ਕੋਈ ਨਹੀਂ ਉੱਥੇ। ਜਿਨ੍ਹਾਂ ਤੇ ਅਸੀਂ ਵਿਸ਼ਵਾਸ ਕਰਦੇ ਆ ਉਹ ਵੀ ਸਾਨੂੰ ਧੋਖਾ ਦਿੰਦੇ ਆ। ਪਰ ਜਿਹੜੇ ਪ੍ਰਭੂ ਦੇ ਵਿੱਚ ਹੁੰਦਿਆਂ ਸਾਨੂੰ ਦੁੱਖ ਆਉਂਦੇ ਤਾਂ ਅਸੀਂ ਇਕੱਲੇ ਨਹੀਂ, ਪ੍ਰਭੂ ਦੀ ਹਜ਼ੂਰੀ ਸਾਡੇ ਨਾਲ ਆ। ਸਾਡੇ ਪ੍ਰਭੂ ਦਾ ਕੰਮ ਸਾਡੇ ਨਾਲ ਆ। ਆਉਣ ਵਾਲੇ ਹਫ਼ਤੇ ਦੇ ਵਿੱਚ ਇਹਨਾਂ ਹਿੱਸਿਆਂ ਨੂੰ ਅਸੀਂ ਹੋਰ ਖੋਲਾਂਗੇ, ਹੋਰ ਦੇਖਾਂਗੇ। ਪਰ ਅੱਜ ਤੁਸੀਂ ਇਸ ਚੀਜ਼ ਦੇ ਲਈ ਖੁਸ਼ੀ ਮਨਾਓ। ਜੇ ਤੁਸੀਂ ਪ੍ਰਭੂ ਦੇ ਰਹਿਮ ਦੇ ਵਿੱਚ ਇਸ ਵੇਲੇ ਜ਼ਿੰਦਗੀ ਦੇ ਵਿੱਚ ਖੁਸ਼ੀ ਹੈ ਤਾਂ ਉਸ ਦਾ ਸ਼ੁਕਰ ਕਰੋ। ਪ੍ਰਭੂ ਜੀ ਤੇਰਾ ਸ਼ੁਕਰ ਆ, ਤੇਰਾ ਨਾਮ ਮੁਬਾਰਕ ਆ। ਪਰ ਅਗਰ ਤੁਸੀਂ ਦੁੱਖ ਦੀ ਹਾਲਤ ਦੇ ਵਿੱਚ ਦੀ ਗੁਜ਼ਰਦੇ ਪਏ ਆ, ਡਿਪਰੈਸ਼ਨ ਦੇ ਵਿੱਚ ਦੀ ਗੁਜ਼ਰਦੇ ਪਏ ਆ, ਕਿਸੇ ਵੀ ਚੀਜ਼ ਦੇ ਵਿੱਚ ਦੀ ਗੁਜ਼ਰਦੇ ਪਏ ਆ, ਫੈਮਿਲੀ ਬ੍ਰੇਕਅਪਸ ਦਾ ਦੁੱਖ ਦੇ ਵਿੱਚ ਦੀ ਗੁਜ਼ਰਦੇ ਪਏ ਆ, ਯੂ ਆਰ ਨਾਟ ਅਲੋਨ। ਗਾਡ ਇਨ ਹਿਸ ਟ੍ਰਿਨਿਟੀ ਇਜ਼ ਵਿਦ ਯੂ। ਯੂ ਆਰ ਨਾਟ ਅਲੋਨ। The heavens are with you. You're not alone. And God's plans are with you. You're not alone. Amen.